ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨਾ ਬੱਚੇ ਸਫੀਅਰਮੈਨ ਰੈਂਕ ਕੋਰਿਲੇਸ਼ਨ ਕੋਫੀਸ਼ੀਐਂਟ। ਇਸ ਤੋਂ ਪਹਿਲਾਂ ਵੀ ਅਸੀਂ ਦੋ ਪਾਰਟਸ ਦੇ ਵਿੱਚ ਕਰ ਚੁੱਕੇ ਹਾਂ, ਵਿੱਚ ਦੋ ਵੀਡੀਓਜ਼ ਅਪਲੋਡ ਕਰ ਚੁੱਕੀ ਹਾਂ ਮੈਂ। ਇੱਕ ਦੇ ਵਿੱਚ ਅਸੀਂ ਕੋਰਿਲੇਸ਼ਨ ਦੀ ਡੈਫੀਨੇਸ਼ਨ, ਇਹਦਾ ਮੀਨਿੰਗ, ਇਹਨੂੰ ਕਿਹੜੇ ਮੈਥਡ ਦੇ ਨਾਲ ਅਸੀਂ ਫਾਈਂਡ ਕਰ ਸਕਦੇ ਹਾਂ ਉਹਦੇ ਬਾਰੇ ਡਿਸਕਸ ਕੀਤਾ ਸੀ। ਐਂਡ ਸੈਕਿੰਡ ਵੀਡੀਓ ਦੇ ਵਿੱਚ ਅਸੀਂ ਨੇ ਕਰਲ ਪੀਅਰਸਨ ਮੈਥਡ ਦੇ ਬਾਰੇ ਡਿਸਕਸ ਕੀਤਾ ਸੀ ਕਿ ਕਰਲ ਪੀਅਰਸਨ ਮੈਥਡ ਦੇ ਦੁਆਰਾ ਕਿਵੇਂ ਅਸੀਂ ਕੋਰਿਲੇਸ਼ਨ ਕੋਫੀਸ਼ੀਐਂਟ ਆ ਜਿਹੜਾ ਉਹ ਫਾਈਂਡ ਕਰ ਸਕਦੇ ਹਾਂ। ਅੱਜ ਜੇ ਅਸੀਂ ਡਿਸਕਸ ਕਰਨਾ ਉਹ ਹੈਗਾ ਵਿੱਚ ਸਫੀਅਰਮੈਨ ਰੈਂਕ ਕੋਰਿਲੇਸ਼ਨ ਕੋਫੀਸ਼ੀਐਂਟ। ਦੇਖੋ ਸਫੀਅਰਮੈਨ ਰੈਂਕ ਕੋਰਿਲੇਸ਼ਨ ਇਹਦੀ ਕਿਉਂ ਲੋੜ ਪਈ ਜਦੋਂ ਕਰਲ ਪੀਅਰਸਨ ਨੇ ਸਾਨੂੰ ਇੱਕ ਮੈਥਡ ਦਿੱਤਾ ਸੀਗਾ ਕੋਰਿਲੇਸ਼ਨ ਦਾ ਕੋਫੀਸ਼ੀਐਂਟ ਆ ਜਿਹੜਾ ਫਾਈਂਡ ਕਰਨ ਨੂੰ। ਦੇਖੋ ਕਈ ਚੀਜ਼ਾਂ ਸਾਡੇ ਕੋਲ ਕੀ ਹੁੰਦੀਆਂ ਨੇ, ਕੁਆਂਟੀਟੇਟਿਵ ਹੁੰਦੀਆਂ ਨੇ ਕਿ ਹਾਂਜੀ ਅਸੀਂ ਉਹਨਾਂ ਦੀ ਕੁਆਲਿਟੀ ਦੇ ਨਾਲ ਦੋ ਚੀਜ਼ਾਂ ਦੇ ਵਿੱਚ ਆ ਜਿਹੜਾ ਰਿਲੇਸ਼ਨਸ਼ਿਪ ਫਾਈਂਡ ਕਰ ਸਕਦੇ ਹਾਂ। ਕੋਰਿਲੇਸ਼ਨ ਕੀ ਸੀਗਾ ਕਿ ਸਾਡੇ ਕੋਲ ਕੀ ਰਿਲੇਸ਼ਨ ਆ ਦੋ ਵੇਰੀਏਬਲ ਦੇ ਵਿੱਚ, ਉਹ ਚੀਜ਼ ਅਸੀਂ ਫਾਈਂਡ ਕਰਦੇ ਹਾਂ। ਜਿਵੇਂ ਦੇਖਿਆ ਸੀ ਬੱਚੇ ਕਿ ਪ੍ਰਾਈਸ ਦੇ ਨਾਲ ਡਿਮਾਂਡ ਦੇ ਵਿੱਚ ਕਿਵੇਂ ਇਫੈਕਟ ਹੁੰਦਾ, ਜਾਂ ਸਪਲਾਈ ਦੇ ਨਾਲ ਸਾਡੇ ਕੋਲ ਪ੍ਰਾਈਸ ਦੇ ਨਾਲ ਸਪਲਾਈ ਦੇ ਵਿੱਚ ਕੀ ਫਰਕ ਹੁੰਦਾ। ਇਹ ਸਾਡੀਆਂ ਕੁਆਲਿਟੀ ਦੇ ਉੱਤੇ ਕੁਆਂਟੀਟੀ 'ਤੇ ਬੇਸ ਸੀਗੀਆਂ ਕਿ ਇੰਨਾ ਰੁਪਏ ਵਧਿਆ ਜੀ ਇੰਨਾ ਰੁਪਏ ਦੇ ਵਿੱਚ ਫਰਕ ਆਊਗਾ। ਪਰ ਜੋ ਹੁਣ ਅਸੀਂ ਬੱਚੇ ਡਿਸਕਸ ਕਰਨਾ ਕਹਿੰਦੇ ਬਹੁਤ ਸਾਰੇ ਵੇਰੀਏਬਲਸ ਜਾਂ ਐਟਰੀਬਿਊਟਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕੁਆਂਟੀਟੀ ਦੇ ਬੇਸਿਸ 'ਤੇ ਮੈਜ਼ਰ ਨਹੀਂ ਕਰ ਪਾਉਂਦੇ। ਜਿਵੇਂ ਮੈਂ ਇਹ ਨਹੀਂ ਕਹਿ ਸਕਦੀ ਤੁਹਾਡੇ 'ਚ 150 ਕਿਲੋ ਓਨੈਸਟੀ ਆ, ਤੁਹਾਡੀ 150 ਕਿਲੋ ਬਿਊਟੀ ਆ। ਸੋ ਇਹੋ ਜਿਹੇ ਐਟਰੀਬਿਊਟਸ ਜਿਨ੍ਹਾਂ ਨੂੰ ਅਸੀਂ ਕੁਆਂਟਿਟੀ ਦੇ ਅਕੋਰਡਿੰਗ ਮੈਜ਼ਰ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਉਹਨਾਂ ਦੀ ਮੈਜ਼ਰਮੈਂਟ ਪੋਸੀਬਲ ਹੀ ਨਹੀਂ ਹੈਗੀ। ਬਟ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਅਸੀਂ ਰਿਲੇਸ਼ਨ ਫਾਈਂਡ ਕਰਨਾ ਚਾਹੁੰਦੇ ਹਾਂ। ਜਿਵੇਂ ਅਸੀਂ ਬੱਚੇ ਕਿਹਾ ਕਹਿੰਦੇ ਅਸੀਂ ਬਿਊਟੀ ਕੰਟੈਸਟ ਕਰਾਇਆ, ਉਹਦੇ ਵਿੱਚ ਹੁਣ ਬਿਊਟੀ ਨੂੰ ਮੈਜ਼ਰ ਤਾਂ ਹੀ ਦੇਖਦੇ ਨੇ, ਤਾਂ ਹੀ ਉਹਦੇ ਵਿੱਚੋਂ ਕੋਈ ਫਸਟ ਸੈਕਿੰਡ ਆਉਂਦਾ, ਮਿਸ ਵਰਲਡ ਬਣਾਇਆ ਜਾਂਦਾ, ਮਿਸ ਯੂਨੀਵਰਸ ਬਣਾਇਆ ਜਾਂਦਾ। ਇਹਨੂੰ ਸਾਰੀ ਚੀਜ਼ਾਂ ਨੂੰ ਕੀ ਚੀਜ਼ਾਂ ਮੈਜ਼ਰ ਕੀਤੀਆਂ ਜਾਂਦੀਆਂ ਨੇ, ਫਿਰ ਉੱਥੇ ਕਿਵੇਂ ਉਹਨਾਂ ਨੂੰ ਰੈਂਕ ਦਿੱਤੇ ਜਾਂਦੇ, ਉਹ ਚੀਜ਼ ਦੇ ਵਿੱਚ ਜਿਹੜਾ ਰਿਲੇਸ਼ਨ ਅਸੀਂ ਫਾਈਂਡ ਕਰਦੇ ਹਾਂ ਉਹਦੇ ਲਈ ਅਸੀਂ ਸਫੀਅਰਮੈਨ ਰੈਂਕ ਕੋਰਿਲੇਸ਼ਨ ਕੋਫੀਸ਼ੀਐਂਟ ਦਾ ਬੱਚੇ ਯੂਜ਼ ਕਰ ਸਕਦੇ ਹਾਂ। ਕਹਿੰਦੇ ਉਹ ਪ੍ਰੋਬਲਮ ਜਿੱਥੇ ਸਾਡੇ ਕੋਲ ਕੁਆਂਟਿਟੀ ਨਾ ਹੋ ਕੇ ਰੈਂਕ ਗਿਵਨ ਹੋਣ, ਉੱਥੇ ਅਸੀਂ ਕੋਰਿਲੇਸ਼ਨ ਕੋਫੀਸ਼ੀਐਂਟ ਫਾਈਂਡ ਕਰਨਾ ਹੋਵੇ ਤਾਂ ਸਫੀਅਰਮੈਨ ਰੈਂਕ ਕੋਰਿਲੇਸ਼ਨ ਫਾਰਮੂਲਾ ਜਿਹੜਾ ਉਹ ਯੂਜ਼ ਕਰ ਸਕਦੇ ਹਾਂ। ਦੇਖੋ ਜਿਹੜਾ ਸਫੀਅਰਮੈਨ ਸੀਗਾ ਉਹ ਸਾਡੇ ਸਫੀਅਰਮੈਨ ਰੈਂਕ ਕੋਰਿਲੇਸ਼ਨ ਕੋਫੀਸ਼ੀਐਂਟ ਦਾ ਜਿਹੜਾ ਫਾਰਮੂਲਾ ਸੀ ਉਹ ਸਾਨੂੰ ਇੱਕ ਬ੍ਰਿਟਿਸ਼ ਸਾਈਕੋਲੋਜਿਸਟ ਨੇ ਦਿੱਤਾ ਸੀਗਾ, ਜਿਨ੍ਹਾਂ ਦਾ ਨੇਮ ਸੀਗਾ ਸਾਡੇ ਕੋਲ ਚਾਰਲਸ ਐਡਵਰਡ ਸਫੀਅਰਮੈਨ। ਦੇਖੋ ਇਹਨਾਂ ਦੇ ਨੇਮ ਪਿੱਛੇ ਸਫੀਅਰਮੈਨ ਹੈ ਤਾਂ ਕਰਕੇ ਇਹਦਾ ਜਿਹੜਾ ਮੈਥਡ ਸੀ ਉਹਦਾ ਨੇਮ ਵੀ ਸਾਡੇ ਕੋਲ ਸਫੀਅਰਮੈਨ ਰੈਂਕ ਕੋਰਿਲੇਸ਼ਨ ਜਿਹੜਾ ਹੋ ਗਿਆ ਸੀਗਾ। ਅਤੇ ਬੱਚੇ ਇਹ ਜਿਹੜਾ ਮੈਥਡ ਹੈ ਇਹਨੂੰ ਰੈਂਕ ਕੋਰਿਲੇਸ਼ਨ ਮੈਥਡ ਦੇ ਨੇਮ ਨਾਲ ਵੀ ਜਾਣਿਆ ਜਾਂਦਾ। ਜੋ ਸਿੰਪਲ ਸਾਨੂੰ ਕਿਤੇ ਲਿਖਿਆ ਹੁੰਦਾ ਕਿ ਰੈਂਕ ਕੋਰਿਲੇਸ਼ਨ ਮੈਥਡ ਦੇ ਨਾਲ ਸੋਲਵ ਕਰੋ, ਦਿਸ ਇੰਪਲਾਈਜ਼ ਉਹ ਕੀ ਕਹਿ ਰਿਹਾ ਸਫੀਅਰਮੈਨ ਰੈਂਕ ਕੋਰਿਲੇਸ਼ਨ ਕੋਫੀਸ਼ੀਐਂਟ ਹੈ ਜਿਹੜਾ ਉਹ ਫਾਈਂਡ ਕਰਨਾ। ਹੁਣ ਇਹਦਾ ਜਿਹੜਾ ਉਹਨਾਂ ਨੇ ਫਾਰਮੂਲਾ ਦਿੱਤਾ ਸੀਗਾ ਬੱਚੇ, ਉਹ ਫਾਰਮੂਲਾ ਕੀ ਸੀਗਾ ਕਹਿੰਦੇ R ਇਜ਼ ਇਕੁਅਲ ਟੂ 1 ਮਾਈਨਸ 6 ਸਮੇਸ਼ਨ ਆਫ ਡੀ ਸਕੇਅਰ ਅਪੋਨ n ਕਿਊਬ ਮਾਈਨਸ n। ਦੇਖੋ ਜੇ ਜਿੱਥੇ ਮਰਜ਼ੀ ਹੋਵੇ ਅਸੀਂ ਇਹੀ ਫਾਰਮੂਲਾ ਯੂਜ਼ ਕਰ ਸਕਦੇ ਹਾਂ। ਆਰ ਇੱਥੇ ਕਿਹਦਾ ਸਿੰਬਲ ਆ, ਰੈਂਕ ਕੋਰਿਲੇਸ਼ਨ ਕੋਫੀਸ਼ੀਐਂਟ ਦਾ ਜਿਹੜੀ ਚੀਜ਼ ਅਸੀਂ ਫਾਈਂਡ ਕਰਨੀ ਆ। ਅਤੇ ਬੱਚੇ ਸਾਡੇ ਕੋਲ ਜਿਹੜਾ ਡੀ ਆ ਉਹ ਕੀ ਕਹਿ ਰਿਹਾ ਕਹਿੰਦੇ ਡਿਫਰੈਂਸ ਬਿਟਵੀਨ ਪੇਅਰਡ ਰੈਂਕ ਇਨ ਈਚ ਕੇਸ। ਸਾਡੇ ਕੋਲ ਡਿਫਰੈਂਸ ਹੋਏਗਾ ਰੈਂਕ ਦਾ ਬੱਚੇ ਮਤਲਬ ਕੀ ਹੋਏਗਾ ਕਹਿੰਦੇ ਜਿਵੇਂ ਹੁਣ ਅਸੀਂ ਐਗਜ਼ਾਮਪਲ ਲਈ ਸੀ ਬਿਊਟੀ ਕੰਟੈਸਟ ਦੀ, ਉਹਦੇ ਵਿੱਚ ਸਾਡੇ ਕੋਲ 10 ਗਰਲਸ ਨੇ, ਉਹਨਾਂ ਨੇ ਪਾਰਟੀਸਪੇਟ ਕੀਤਾ। ਹੁਣ ਉਹਨਾਂ ਨੂੰ ਕੀ ਕਰਦੇ ਆ, ਉਹਨਾਂ ਤੋਂ ਕੁਐਸਚਨਿੰਗ ਕਰਦੇ ਆ, ਉਹਨਾਂ ਦੀ ਬਿਊਟੀ ਦੇਖਦੇ ਆ ਜਾਂ ਫਿਰ ਉਹਨਾਂ ਦੇ ਰਾਊਂਡ ਹੁੰਦੇ ਆ। ਰਾਊਂਡਸ ਤੋਂ ਬਾਅਦ ਉਹਨਾਂ ਨੂੰ ਮਾਰਕਸ ਦਿੱਤੇ ਜਾਂਦੇ ਆ। ਮਾਰਕਸ ਤੋਂ ਬਾਅਦ ਬੱਚੇ ਉਹਨਾਂ ਦਾ ਟੋਟਲ ਕਰਕੇ ਉਹਨਾਂ ਨੂੰ ਮੰਨ ਲਓ ਇੱਕ ਨੂੰ 30 ਆ ਗਏ, ਫਿਰ 35 ਆ ਗਿਆ, ਕਿਸੇ ਨੂੰ 40 ਆ ਗਏ ਜਾਂ ਕਿਸੇ ਨੂੰ 20 ਹੀ ਆਏ। ਫਿਰ ਇਹਨਾਂ ਦੇ ਮਾਰਕਸ ਅਕੋਰਡਿੰਗ ਉਹਨਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ ਕਿ ਸਭ ਤੋਂ ਫਸਟ ਜਿਹਨੂੰ ਜ਼ਿਆਦਾ ਮਾਰਕਸ ਨੇ ਉਹ ਫਸਟ ਆਇਆ, ਜਿਹਨੂੰ ਸੈਕਿੰਡ ਨੇ ਉਹ ਸੈਕਿੰਡ ਆਈ ਹੈ, ਜਿਹਨੂੰ ਫਿਰ ਥਰਡ ਨੇ ਉਸ ਤੋਂ ਬਾਅਦ ਫੋਰਥ ਆਇਆ। ਇਸ ਤਰ੍ਹਾਂ ਉਹਨਾਂ ਨੂੰ ਰੈਂਕ ਦੇ ਦਿੱਤੇ ਜਾਂਦੇ ਆ ਕਿ ਹਾਂਜੀ ਇਹ ਜਿਹੜੇ ਸਭ ਤੋਂ ਜ਼ਿਆਦਾ ਮਾਰਕਸ ਗੇਨ ਕੀਤੇ ਉਹ ਸਾਡੇ ਕੋਲ ਫਸਟ ਆ। ਇਹ ਹੋ ਗਏ ਰੈਂਕ। ਕਹਿੰਦੇ ਹੁਣ ਕੁਝ ਪ੍ਰੋਬਲਮ ਦੇ ਵਿੱਚ ਆਈ ਸਾਨੂੰ ਰੈਂਕ ਦਿੱਤੇ ਹੋਣਗੇ ਅਲੱਗ-ਅਲੱਗ, ਜਿਨ੍ਹਾਂ ਦੋ ਦੇ ਵਿੱਚ ਅਸੀਂ ਕੰਪੈਰੀਜ਼ਨ ਕਰਨਾ, ਫਿਰ ਉਹਨਾਂ ਦੋ ਰੈਂਕਸ ਦਾ ਅਸੀਂ ਕੀ ਕਰਾਂਗੇ ਡਿਫਰੈਂਸ, ਉਸ ਡਿਫਰੈਂਸ ਦੀ ਸਕੇਅਰ। ਇਹ ਹੋਊਗੀ ਸਾਡੀ ਡੀ ਦੀ ਵੈਲਿਊ। ਅਤੇ ਸਮੋਲ ਐਨ ਦਾ ਮਤਲਬ ਕੀ ਹੈ ਬੱਚੇ ਕਿ ਨੰਬਰ ਆਫ ਕਿੰਨੇ ਸੀਗੇ, ਨੰਬਰ ਆਫ ਪੇਅਰ ਜਿਨ੍ਹਾਂ ਨੂੰ ਅਸੀਂ ਅਬਜ਼ਰਵ ਕਰ ਰਹੇ ਹਾਂ ਉਹ ਕਿੰਨੇ ਸੀ, ਕਿੰਨੇ ਕੰਟੈਸਟ ਦੇ ਵਿੱਚ ਕਿੰਨੀਆਂ ਗਰਲਸ ਨੇ ਪਾਰਟੀਸਪੇਟ ਕੀਤਾ। ਸਿੱਧੀ ਜਿਹੀ ਗੱਲ ਕਿ 10 ਗਰਲਸ ਨੇ ਤਾਂ ਐਨ ਦੀ ਵੈਲਿਊ 10, ਜੇ 20 ਗਰਲਸ ਨੇ ਤਾਂ 20 ਹੋ ਜੂਗੀ, ਜੇ 30 ਗਰਲਸ ਨੇ ਤਾਂ 30 ਐਨ ਦੀ ਵੈਲਿਊ ਹੋ ਜੂਗੀ। ਹੁਣ ਜਦੋਂ ਬੱਚੇ ਇਹ ਫਾਰਮੂਲਾ ਅਸੀਂ ਯੂਜ਼ ਕਰ ਰਹੇ ਹਾਂ ਤਾਂ ਸਾਡੇ ਕੋਲ ਅੱਗੇ 3 ਕੇਸਿਸ ਆ ਜਾਂਦੇ ਨੇ। ਕਹਿੰਦੇ ਜਦੋਂ ਸਫੀਅਰਮੈਨ ਰੈਂਕ ਕੋਰਿਲੇਸ਼ਨ ਦਾ ਅਸੀਂ ਯੂਜ਼ ਕਰਨਾ ਤਾਂ ਅੱਗੇ 3 ਵੇਜ਼ ਆ ਜਾਣਗੇ। ਪਹਿਲਾ ਹੁੰਦਾ ਜਦੋਂ ਸਾਨੂੰ ਰੈਂਕ ਗਿਵਨ ਹੋਣ, ਰੈਂਕ ਇਜ਼ ਗਿਵਨ, ਕਿਸੇ ਵੀ ਚੀਜ਼ ਦੇ ਰੈਂਕ ਗਿਵਨ ਹੋਣ। ਸੈਕਿੰਡ ਕੀ ਆ, ਰੈਂਕ ਇਜ਼ ਨਾਟ ਗਿਵਨ, ਸਾਨੂੰ ਰੈਂਕ ਗਿਵਨ ਨਹੀਂ ਹੈਗੇ, ਬਸ ਨੰਬਰਸ ਗਿਵਨ ਨੇ, ਰੈਂਕ ਇਜ਼ ਨਾਟ ਗਿਵਨ। ਥਰਡ ਟਾਈਪ ਕੀ ਆ ਬੱਚੇ ਕਹਿੰਦੇ ਜਦੋਂ ਸਾਨੂੰ ਰੈਂਕ ਤਾਂ ਗਿਵਨ ਹੋਣ ਬਟ ਉਹਨਾਂ ਦੇ ਵਿੱਚ ਟਾਈ ਹੋਵੇ, ਮਤਲਬ
दो तीन चार ਇਹੋ ਜਿਹੇ ਨੇ ਜਿਨ੍ਹਾਂ ਦੇ ਮਾਰਕਸ ਸੇਮ ਆ ਗਏ। ਜੇ ਮਾਰਕਸ ਸੇਮ ਨੇ ਤਾਂ ਇਸਦਾ ਮਤਲਬ ਜਿਵੇਂ ਆਪਣੀ ਕਲਾਸ ਦੇ ਵਿੱਚ ਓਬਵੀਅਸ ਹੁੰਦਾ ਕਿ ਆਪਾਂ ਨੇ ਕਲਾਸ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਦੇ ਕਾਮਨ ਮਾਰਕਸ ਆ ਜਾਂਦੇ ਨੇ। ਹੁਣ ਜੇ ਕਾਮਨ ਮਾਰਕਸ ਆ ਗਏ ਤਾਂ ਫਸਟ ਸੈਕਿੰਡ ਪੋਜੀਸ਼ਨ ਕੱਢਣ ਲੱਗੇ ਸਾਨੂੰ ਉਹ ਹੁੰਦੀ ਹੈ ਕਈ ਵਾਰੀ ਸੈਕਿੰਡ ਪੋਜੀਸ਼ਨ 2 ਜਾਣਿਆਂ ਦੀ ਆ ਜਾਂਦੀ ਹੈ, ਥਰਡ ਪੋਜੀਸ਼ਨ 2 ਜਾਣਿਆਂ ਦੀ ਆ ਜਾਂਦੀ ਆ। ਉਹਦਾ ਮਤਲਬ ਕਿ ਹੁੰਦਾ ਉਹਨਾਂ ਦੇ ਵਿੱਚ ਟਾਈ ਹੋ ਰਿਹਾ ਹੁੰਦਾ, ਉਹਨਾਂ ਦੇ ਮਾਰਕਸ ਦੇ ਵਿੱਚ ਉਹਨਾਂ ਦੇ ਰੈਂਕ ਦੇ ਵਿੱਚ ਟਾਈ ਹੋ ਰਿਹਾ ਹੁੰਦਾ, ਤਾਂ ਹੀ ਇਹੋ ਜਿਹੀ ਸਾਨੂੰ ਪ੍ਰੋਬਲਮ ਆਉਂਦੀ ਹੈ। ਸੋ ਜਦੋਂ ਇਹੋ ਜਿਹੀ ਪ੍ਰੋਬਲਮ ਹੋ ਉਦੋਂ ਅਸੀਂ ਸਪੀਅਰਮੈਨ ਰੈਂਕ ਕੋਰਿਲੇਸ਼ਨ ਕੋਐਫੀਸ਼ੀਐਂਟ ਕਿਵੇਂ ਫਾਈਂਡ ਕਰਨਾ, ਇਹ ਤਿੰਨਾਂ ਮੈਥਡ ਦੇ ਲਈ ਤਿੰਨਾਂ ਟੌਪਿਕਸ ਦੇ ਲਈ ਅਸੀਂ ਡਿਸਕਸ ਕਰਨਾ। ਹੁਣ ਸਭ ਤੋਂ ਪਹਿਲਾਂ ਬੱਚੇ ਕਰਾਂਗੇ ਰੈਂਕ ਜਦੋਂ ਸਾਨੂੰ ਗਿਵਨ ਹੋਏਗਾ ਕਿਸੇ ਪ੍ਰੋਬਲਮ ਦਾ ਉਦੋਂ ਅਸੀਂ ਕੋਐਫੀਸ਼ੀਐਂਟ ਆ ਜਿਹੜਾ ਉਹ ਕਿਵੇਂ ਫਾਈਂਡ ਕਰਨਾ ਟਾਈਪ ਫਸਟ। ਹੁਣ ਦੇਖੋ ਇਹਦੀ ਐਗਜ਼ਾਮਪਲ ਦੇ ਥਰੂ ਹੀ ਸਮਝਦੇ ਹਾਂ ਕਿ ਇਹਦੇ ਵਿੱਚ ਪ੍ਰੋਸੈਸ ਲਾਇਆ ਜਾਂ ਕੋਈ ਫਾਰਮੂਲਾ ਤਾਂ ਅਸੀਂ ਦੇਖ ਚੁੱਕੇ ਹਾਂ ਕਿ ਆਰ ਦੀ ਵੈਲਿਊ ਕਿਹਦੇ ਇਕੁਅਲ ਹੋਏਗੀ ਸਾਡੇ ਕੋਲ 1 ਮਾਈਨਸ 6 ਸਮੇਸ਼ਨ ਆਫ ਡੀ ਦੀ ਸਕੇਅਰ ਅਪੋਨ ਐਨ ਕਿਊਬ ਮਾਈਨਸ ਆਫ ਐਨ। ਅਸੀਂ ਇਹ ਫਾਰਮੂਲਾ ਯੂਜ਼ ਕਰਨਾ। ਹੁਣ ਇਹ ਫਾਰਮੂਲਾ ਯੂਜ਼ ਕਰਨਾ ਕਿਵੇਂ ਬੱਚੇ ਉਹਦਾ ਦੇਖਦੇ ਹਾਂ ਐਗਜ਼ਾਮਪਲ ਦੇ ਥਰੂ। ਸਭ ਤੋਂ ਪਹਿਲਾਂ ਕਹਿੰਦੇ ਐਕਚੁਅਲ ਰੈਂਕ ਜਦੋਂ ਸਾਨੂੰ ਗਿਵਨ ਹੋਊਗਾ ਉਸ ਟਾਈਮ ਅਸੀਂ ਐਗਜ਼ਾਮਪਲ ਕਿਵੇਂ ਸੋਲਵ ਕਰਨੀ ਹੈ ਜਾਂ ਪ੍ਰੋਬਲਮ ਕਿਵੇਂ ਸੋਲਵ ਕਰਨੀ ਹੈ। 10 ਕੰਪੀਟੀਟਰਸ ਇਨ ਅ ਬਿਊਟੀ ਕੰਟੈਸਟ ਆਰ ਰੈਂਕਡ ਬਾਈ 2 ਜੱਜਿਸ ਇਨ ਦ ਫੋਲੋਇੰਗ ਆਰਡਰ। ਦੇਖੋ ਅਗੇਨ ਉਹੀ ਇਹਨਾਂ ਨੇ ਵੀ ਬਿਊਟੀ ਕੰਟੈਸਟ ਦੀ ਹੀ ਐਗਜ਼ਾਮਪਲ ਲਈ ਹੈ। ਕਹਿੰਦੇ 10 ਕੰਪੀਟੀਟਰਸ ਨੇ ਅਤੇ ਉਹਨਾਂ ਦੇ ਵਿੱਚ 2 ਜੱਜਿਸ ਨੇ ਜਿਨ੍ਹਾਂ ਨੇ ਉਹਨਾਂ ਨੂੰ ਰੈਂਕ ਦਿੱਤੇ ਨੇ ਜਾਂ ਉਹਨਾਂ ਨੂੰ ਮਾਰਕਸ ਦੇ ਕੇ ਉਹਨਾਂ ਨੂੰ ਰੈਂਕ ਦਿੱਤੇ ਨੇ ਬੱਚੇ। ਕੈਲਕੂਲੇਟ ਸਪੀਅਰਮੈਨ ਰੈਂਕ ਕੋਰਿਲੇਸ਼ਨ ਕੋਐਫੀਸ਼ੀਐਂਟ। ਕਹਿੰਦੇ ਇਹਦਾ ਸਪੀਅਰਮੈਨ ਰੈਂਕ ਕੋਰਿਲੇਸ਼ਨ ਕੋਐਫੀਸ਼ੀਐਂਟ ਫਾਈਂਡ ਕਰੋ। ਕੰਪੀਟੀਟਰਸ ਦੇ ਨੇਮ ਨੇ A B C D E F G H I J। ਇਹ ਸਾਰੇ ਉਹ ਕੰਪੀਟੀਟਰਸ ਨੇ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ। ਜਿਹੜਾ ਫਸਟ ਜੱਜ ਸੀ ਉਹਨੇ ਏ ਨੂੰ ਫਸਟ ਰੈਂਕ ਦਿੱਤਾ ਬੱਚੇ, ਮਤਲਬ ਏ ਦੀ ਪੋਜੀਸ਼ਨ ਉਹਨੇ ਫਸਟ ਕੱਢੀ। ਜਿਹੜਾ ਫਸਟ ਜੱਜ ਸੀ ਉਹਨੇ ਬੀ ਦੀ ਪੋਜੀਸ਼ਨ 6th ਕੱਢੀ ਆ, ਸੀ ਦੀ ਪੋਜੀਸ਼ਨ 5th ਕੱਢੀ ਆ, ਇਹ ਡੀ ਦੀ ਪੋਜੀਸ਼ਨ 10 ਕੱਢੀ ਆ। ਇਸ ਤਰ੍ਹਾਂ ਰੈਂਕ ਦਿੱਤੇ ਸਾਰਿਆਂ ਨੂੰ। ਇਸੇ ਤਰ੍ਹਾਂ ਜਿਹੜਾ ਸੈਕਿੰਡ ਜੱਜ ਸੀ ਬੱਚੇ ਉਹਨੇ ਵੀ ਰੈਂਕ ਦਿੱਤੇ। ਉਹਦੇ ਅਕੋਰਡਿੰਗ ਈ ਸਭ ਤੋਂ ਹਾਈਐਸਟ ਸੀ, ਈ ਨੂੰ 1 ਰੈਂਕ ਦਿੱਤਾ। ਉਸ ਤੋਂ ਬਾਅਦ ਅੱਗੇ ਉਹਨੇ ਡਿਸਟਰੀਬਿਊਟ ਕਰਤੇ। ਹੁਣ ਇਹਨਾਂ ਦੇ ਵਿੱਚ ਅਸੀਂ ਕੀ ਫਾਈਂਡ ਕਰਨਾ ਸਪੀਅਰਮੈਨ ਰੈਂਕ ਕੋਰਿਲੇਸ਼ਨ ਕੋਐਫੀਸ਼ੀਐਂਟ। ਦੇਖੋ ਜੇ ਰੈਂਕ ਸਾਨੂੰ ਗਿਵਨ ਨੇ, ਰੈਂਕ ਤਾਂ ਆਲਰੇਡੀ ਉਹਨਾਂ ਨੇ ਗਿਵਨ ਦਿੱਤੇ ਨੇ ਕਿ ਏ ਦਾ ਰੈਂਕ 1 ਆ, ਬੀ ਦਾ 6 ਆ, ਸੀ ਦਾ 5 ਆ, ਤਾਂ ਅਸੀਂ ਫਾਰਮੂਲਾ ਸਿੱਧਾ ਯੂਜ਼ ਕਰਾਂਗੇ ਵਿੱਚ। ਫਾਰਮੂਲਾ ਕੀ ਸੀਗਾ ਪਹਿਲਾਂ ਡਿਫਰੈਂਸ, ਡੀ ਦਾ ਮਤਲਬ ਡਿਫਰੈਂਸ ਆਫ ਰੈਂਕ ਉਹਦੀ ਸਕੇਅਰ। ਦੇਖੋ ਪਹਿਲਾਂ ਤਾਂ ਸਾਨੂੰ ਜਿਹੜੇ ਰੈਂਕ ਦਿੱਤੇ ਹੋਏ ਨੇ ਉਹ ਲਿਖੇ। ਹੁਣ ਇਹਨਾਂ ਦੋਵਾਂ ਦਾ ਡਿਫਰੈਂਸ ਕਰਨਾ 1 ਮਾਈਨਸ 6 ਮਾਈਨਸ 5, 6 ਮਾਈਨਸ 4 2, 5 ਮਾਈਨਸ 9 ਮਾਈਨਸ 4, 10 ਮਾਈਨਸ 8 2, 3 ਮਾਈਨਸ 1 2, 2 ਮਾਈਨਸ 2 0, 4 ਮਾਈਨਸ 3 1, 9 ਮਾਈਨਸ 10 ਮਾਈਨਸ 1, 7 ਮਾਈਨਸ 5 2, 8 ਮਾਈਨਸ 7 1। ਸੋ ਕੀ ਕੀਤਾ ਜਿਹੜੇ ਸਾਨੂੰ ਜਜਿਸ ਦੇ ਰੈਂਕ ਗਿਵਨ ਸੀ ਉਹਨਾਂ ਦੋਹਾਂ ਦਾ ਅਸੀਂ ਨੇ ਕੀ ਕਰ ਲਿਆ ਡਿਫਰੈਂਸ ਕਰ ਲਿਆ। ਹੁਣ ਅਗਲਾ ਸਟੈਪ ਕੀ ਆ ਕਹਿੰਦੇ ਡਿਫਰੈਂਸ ਦੀ ਸਕੇਅਰ ਕਰੋ। ਜੋ ਡਿਫਰੈਂਸ ਆਇਆ ਉਹਦੀ ਕੀ ਕਰਨੀ ਆ ਅਸੀਂ ਨੇ ਸਕੇਅਰਿੰਗ ਕਰਨੀ। 5 ਮਾਈਨਸ 5 ਦੀ ਸਕੇਅਰ 25, 2 ਦੀ ਸਕੇਅਰ 4, 4 ਦੀ ਸਕੇਅਰ ਮਾਈਨਸ 4 ਦੀ ਸਕੇਅਰ 16, 2 ਦੀ ਸਕੇਅਰ 4, 2 ਦੀ ਸਕੇਅਰ 4, 0 ਦੀ ਸਕੇਅਰ 0, 1 ਦੀ ਸਕੇਅਰ 1, ਮਾਈਨਸ 1 ਦੀ ਸਕੇਅਰ 1, 2 ਦੀ ਸਕੇਅਰ 4, 1 ਦੀ ਸਕੇਅਰ 1। ਸੋ ਅਸੀਂ ਡੀ ਦਾ ਕੀ ਕਰ ਲਿਆ ਸਕੇਅਰ ਕਰ ਲਿਆ। ਅੱਗੇ ਫਾਰਮੂਲੇ ਦੀ ਰਿਕੁਆਇਰਮੈਂਟ ਕੀ ਹੈ ਬੱਚੇ ਕਹਿੰਦੇ ਇਹਦਾ ਸਾਰੇ ਦਾ ਸਮੇਸ਼ਨ ਚਾਹੀਦਾ। ਇਹ ਸਾਰੇ ਦਾ ਸਮੇਸ਼ਨ ਕਰ ਲਿਆ ਮਤਲਬ ਜੋ ਡੀ ਸਕੇਅਰ ਵਾਲੀ ਲਾਈਨ ਆਈ ਆ ਉਹਦਾ ਸਾਰੇ ਦਾ ਐਡਅਪ 25 ਪਲੱਸ 4 ਪਲੱਸ 60 ਪਲੱਸ 4 ਪਲੱਸ 4 ਪਲੱਸ 1 ਪਲੱਸ 1 ਪਲੱਸ 4 ਪਲੱਸ 1 ਸਾਰਿਆਂ ਦਾ ਟੋਟਲ ਕਿੰਨਾ ਆ ਗਿਆ ਸਾਡੇ ਕੋਲ 60। ਸਮੇਸ਼ਨ ਆਫ ਡੀ ਸਕੇਅਰ ਕਿੰਨਾ ਆ ਗਿਆ 60। ਹੁਣ ਦੇਖੋ ਵੈਲਿਊ ਸਾਨੂੰ ਪਤਾ ਲੱਗ ਗਿਆ, ਅਸੀਂ ਸਿੱਧਾ ਫਾਰਮੂਲੇ 'ਚ ਭਰਨੀਆਂ ਨੇ। 1 ਮਾਈਨਸ 6 ਨੂੰ ਐਜ਼ ਇਟ ਇਜ਼ ਬੱਚੇ ਸਮੇਸ਼ਨ ਆਫ ਡੀ ਸਕੇਅਰ ਕਿੰਨਾ ਆਇਆ 60, ਸੋ ਮਲਟੀਪਲਾਈ 60 ਅਪੋਨ ਐਨ ਦਾ ਮਤਲਬ ਨੰਬਰ ਆਫ ਟਰਮਸ ਕਿੰਨੀਆਂ ਕੰਟੈਸਟ ਦੇ ਵਿੱਚ ਕਿੰਨੇ ਕੰਪੀਟੀਟਰ ਸੀਗੇ 10, ਤਾਂ 10 ਦੀ ਕਿਊਬ ਮਾਈਨਸ ਆਫ 10। ਦੇਖੋ ਸੋਲਵ ਕਰੀਏ 1 ਮਾਈਨਸ 6 ਇੰਟੂ 60 3 6 0 ਅਪੋਨ 10 ਦੀ ਕਿਊਬ ਮਤਲਬ ਕਿੰਨਾ ਆ ਗਿਆ ਵਿੱਚ 1 0 0 1000 ਮਾਈਨਸ 10 ਕਿੰਨਾ ਆ ਗਿਆ ਕਟਿੰਗ ਕਰਕੇ ਸਾਡੇ ਕੋਲ 0 9 9 9 9 0। ਸੋ ਅੱਗੇ ਲਿਖਦੇ ਹਾਂ ਬੱਚੇ ਹਾਂਜੀ ਦੇਖੋ 990 ਇਹ ਹੋ ਗਿਆ 1 ਮਾਈਨਸ 360 ਅਪੋਨ 990। ਨੈਕਸਟ ਹੁਣ ਅੱਗੇ ਕਟਿੰਗ ਕਰ ਦੇਣੀ ਆ। ਕਟਿੰਗ ਤੋਂ ਬਾਅਦ ਸਾਡੇ ਕੋਲ ਆਨਸਰ ਆ ਗਿਆ 0.36। 1 ਦੇ ਵਿੱਚੋਂ ਮਾਈਨਸ ਕਰਨ ਤੋਂ ਬਾਅਦ ਆ ਗਿਆ 0.64 ਅਪਰੋਕਸੀਮੇਟ। ਦੇਖੋ ਜਦੋਂ ਵੀ ਸਾਨੂੰ ਅਸੀਂ ਰੈਂਕ ਪ੍ਰੋਬਲਮ ਸੋਲਵ ਕਰ ਰਹੇ ਹਾਂ ਵਿੱਚ ਸਫੀਅਰਮੈਨ ਕਰ ਰਹੇ ਹਾਂ ਜਾਂ ਕਰਲ ਪੀਅਰਸਨ ਸਾਨੂੰ ਆਨਸਰ ਸਾਡਾ ਪਤਾ ਲੱਗ ਜਾਏਗਾ ਕਿ ਸਹੀ ਹੈ ਜਾਂ ਨਹੀਂ। ਜੇਕਰ ਸਾਡਾ ਆਨਸਰ -1 ਤੋਂ 1 ਦੇ ਵਿੱਚ ਵਾਲਾ ਕੋਈ ਨੰਬਰ ਆ ਰਿਹਾ ਵਿੱਚ 0 ਪੁਆਇੰਟ ਸਮਥਿੰਗ 0 ਪੁਆਇੰਟ ਦੇ ਵਿੱਚ ਆ ਰਿਹਾ ਤਾਂ ਹਮੇਸ਼ਾ ਹੀ ਸਾਡਾ ਆਨਸਰ ਕੀ ਹੋ ਸਕਦਾ ਸਹੀ ਹੋ ਸਕਦਾ। ਬਸ ਮਤਲਬ ਕਿ 1 ਤੋਂ ਵੱਡਾ ਨਹੀਂ
ਹੀ ਹੋਣਾ ਚਾਹੀਦਾ ਅਤੇ -1 ਤੋਂ ਛੋਟਾ ਨੰਬਰ ਨਹੀਂ ਸਾਡੇ ਕੋਲ ਆਨਸਰ ਦੇ ਵਿੱਚ ਆਉਣਾ ਚਾਹੀਦਾ, ਅਦਰਵਾਈਜ਼ ਸਾਡਾ ਇਸਦਾ ਮਤਲਬ ਸਾਡਾ ਆਨਸਰ ਕੀ ਹੋ ਰਿਹਾ, ਗਲਤ ਹੋ ਰਿਹਾ। ਇਹ ਸੀਗਾ ਬੱਚੇ ਸਾਡੇ ਕੋਲ ਜਦੋਂ ਰੈਂਕ ਕੀ ਹੋਣ, ਗਿਵਨ ਹੋਣ। ਹੁਣ ਸੈਕਿੰਡ ਟਾਈਪ ਕਰਦੇ ਹਾਂ ਜਦੋਂ ਸਾਡੇ ਕੋਲ ਰੈਂਕ ਗਿਵਨ ਨਾ ਹੋਣ, ਮਤਲਬ ਸਾਨੂੰ ਸਿਰਫ ਮਾਰਕਸ ਦੇ ਦਿੱਤੇ, ਜਿਵੇਂ ਤੁਹਾਡੇ ਬੱਚੇ ਕਲਾਸਿਸ ਦੇ ਵਿੱਚ ਮਾਰਕਸ ਦੇ ਦਿੰਦੇ ਆ ਕਿ ਹਾਂਜੀ ਤੁਹਾਨੂੰ ਇੰਨੇ ਮਾਰਕਸ ਆਇਆ, ਹੁਣ ਰੈਂਕ ਆਪਦਾ ਆਪ ਬਣਾ ਲਓ, ਮਤਲਬ ਪੋਜੀਸ਼ਨਸ ਆਪਦੀ ਆਪ ਕੱਢ ਲਓ। ਕਹਿੰਦੇ ਇਨ ਸੈਕਿੰਡ ਐਗਜ਼ਾਮਪਲ ਦੇ ਥਰੂ ਸਮਝਿਆ ਬੱਚੇ, ਫਾਰਮੂਲਾ ਅਜੇ ਵੀ ਉਹੀ ਲਗਾਉਣਾ ਅਸੀਂ ਨੇ, R is equal to 1 minus 6th summation of d square upon n cube minus of n। फॉर्मूला वही रहेगा, बस केस बदल जाएगा। In a contest, 2 judges assessed the performance of the 8 candidate A, B, C, D up to H तक as shown in the following। जिमें उन्होंने शो नीचे किया बच्चे, उन्होंने मार्क्स देते भी हाँ जी ए दे इन्ने मार्क्स ने, बी दे इन्ने, सी दे इन्ने, जजिस ने इन्ने मार्क्स देते उन्होंने। तो रैंक कोरिलेशन फाइंड करना बाय स्पीयरमैन मैथड, स्पीयरमैन मैथड के राही इन्हों का रैंक फाइंड करना। ਹੁਣ ਸਭ ਤੋਂ ਪਹਿਲਾਂ ਤਾਂ ਬੱਚੇ ਸਾਨੂੰ ਇੱਥੇ ਰੈਂਕ ਨਹੀਂ ਗਿਵਨ ਤਾਂ ਸਾਨੂੰ ਪਹਿਲਾਂ ਕੀ ਕਰਨੇ ਪੈਣਗੇ, ਰੈਂਕ ਦੇਣੇ ਪੈਣਗੇ, ਸਾਨੂੰ ਆਪਣੇ ਵੱਲੋਂ ਉਹਨੂੰ ਰੈਂਕ ਅਸਾਈਨ ਕਰਨੇ ਪੈਣਗੇ। ਅਸੀਂ ਪਹਿਲਾਂ ਫਸਟ ਜੱਜ ਦੀ ਜੋ ਬੱਚੇ ਜਜਮੈਂਟ ਆ ਉਹਨੂੰ ਰੈਂਕ ਦਿੰਦੇ ਹਾਂ। ਜਿਹੜੇ ਪਹਿਲਾਂ ਕੰਟੈਸਟ ਕੈਂਡੀਡੇਟਸ ਲਿਖੇ ਕਿਹੜੇ ਨੇ, A B C D E ਅਪ ਟੂ ਸੋ ਔਨ H ਤੱਕ। ਦੇਖੋ ਜਿਵੇਂ ਜਿਵੇਂ ਹਾਈਐਸਟ ਮਾਰਕਸ ਨੇ ਉਵੇਂ ਰੈਂਕਿੰਗ ਕਰੀ ਜਾਣੀ। ਸਭ ਤੋਂ ਪਹਿਲਾਂ ਆਹ ਵਾਲੀ ਲਾਈਨ ਦੇ ਵਿੱਚ ए वाली लाइन च सब तो हाईएस्ट की आ डी दे मार्क्स ने, तो इसका मतलब जो डी नू रैंक कितना मिलूगा, फस्ट। देखो रैंक कितना, फस्ट जज। हुण फस्ट के द्वारा डी नू सब तो ज़्यादा मार्क्स ने, इसका मतलब वह रैंक की आ फस्ट। हुण 72 तो अगले हायर नंबर 67, इसका मतलब बी की रैंकिंग की आ 2। उस तो बाद अगले हाईएस्ट जी नू ने, तो जी की रैंकिंग की आ 3। उस तो बाद बच्चे अगले हाईएस्ट साडे कोल ई दे ने, तो ई दे ने, हाँ जी ई दे ने, ई की रैंकिंग कितनी होगी 4। उस तो बाद साडे कोल ए दे सब तो हाईएस्ट मार्क ने, ए की रैंकिंग कितनी होगी 5। फिर हैगे ने बच्चे साडे कोल एफ दे, फिर हैगे ने साडे कोल एच दे, फिर हैगे ने सी दे। तो सारिਆਂ ਨੂੰ ਅਸੀਂ नंबर दे देंगे। सब तो पहला बच्चे ਜਿਹਦੇ हाईएस्ट ने उन्होंने फस्ट रैंक दे देना, फिर उस तो घट वाले ਨੂੰ सैकेंड थर्ड ਆਪਾਂ ਨੇ इस तरह ऑर्डर ਦੇ ਵਿੱਚ ਸਾਰਿਆਂ ਨੂੰ रैंक दे देना। ਹੁਣ ਇਹੀ सिमिलर प्रोसैस ਅਸੀਂ बी ਦੇ ਲਈ ਕਰਨੀ ਆ, सैकेंड जज ਦੇ ਲਈ ਕਰਨੀ ਆ। सैकेंड जज ने सब तो ज़्यादा हाईएस्ट मार्क्स ਕਿਹਨੂੰ ਦਿੱਤੇ ਆ, 60 ਦਿੱਤੇ ਆ, ਕਿਹਨੂੰ ਬੱਚੇ जी ਨੂੰ, ਤਾਂ जी ਦੀ रैंकिंग ਕਿੰਨੀ ਹੋ ਜੂਗੀ 1। फिर उस तो बाद अगले मार्क्स हाईएस्ट है ने 56 ई नू दिते तो ई की रैंकिंग कितनी हो जूगी 2। 56 तो बाद उन्हें दिते 54 किनू दिते डी नू, तो डी की पोजीशन कितनी आ गई 3। उस तो बाद 54 तो बच्चे 52 दिते ए नू दिते तो ए की वैल्यू कितनी आ गई 4। तो सारे इस तरह असी रैंक की करते डिवाइड। हुण देखो रैंक नहीं गिवन सी, असी अपने वालों रैंक बना ले। हुण की करना, वही सेम प्रोसीजर, इन्हां दोनों रैंक्स का डिफरेंस 5 - 4 1, 2 - 5 -3, 8 - 7 1, 1 - 3 -2, 4 - 2 2, 6 - 8 -2, 3 - 1 2, 7 - 6 1। डिफरेंस कर लिया। अगला स्टैप किसी इसने डिफरेंस की स्केयर करनी। 1 की स्केयर 1, -3 की स्केयर 9, 1 की स्केयर 1, 2 -2 की स्केयर 4, 2 की स्केयर 4, -2 की स्केयर 4, 2 की स्केयर 4 एंड 1 की स्केयर 1। असी स्केयरिंग कर ली। उस तो बाद बच्चे फॉर्मूला की कहते सी 1 - 6 समेशन ऑफ डी स्केयर अपॉन n क्यूब माइनस ऑफ n। डिफरेंस का सम ਜਿਹੜੀਆਂ ਵੈਲਿਊਜ਼ ਆਈਆਂ ਨੇ ਸਕੇਅਰ ਕਰਨ ਤੋਂ ਬਾਅਦ ਇਹਨਾਂ ਨੂੰ ਬੱਚੇ ਸਾਰਿਆਂ ਨੂੰ ਐਡ ਕਰ ਲੈਣਾ। 9 + 1 10, 10 + 11 11 + 4 15, 19 19 + 4 ਸਾਡੇ ਕੋਲ ਆ ਗਿਆ 23 23 + 28। सो 28 हो गया साढ़े को इन्ना सारिਆਂ ਦਾ सम। ਫਾਰਮੂਲੇ 'ਚ ਵੈਲਿਊਜ਼ ਭਰਦੇ ਨੇ ਬੱਚੇ। 1 - 6 × 28 अपॉन नंबर ऑफ किन्ने कैंडीडेट से 8 कैंडीडेट सी, तो 8 की क्यूब माइनस ऑफ 8। देखो सबस्टिट्यूट किया, ओपन किया, डिवाइड वगैरह करके बच्चे कटिंग करके साढ़े को आंसर किया गया 0.67। अगेन साडा आंसर की लाई कर रहा -1 तो लैके 1 के विच लाई कर रहा। इसका मतलब साडा आंसर की आ सही है, क्योंकि दोहां के कोफिशिएंट की वैल्यू की लाई करनी सी, -1 तो लैके 1 के विच साडे कोल लाई करनी चाहिए। हुण आ गई बच्चे तीसरी टाइप, ਜਦੋਂ ਸਾਡੇ ਕੋਲ ਰੈਂਕ ਟਾਈ ਹੋਣ, ਮਤਲਬ ਕਿ ਕਿਸੇ 2 ਪਰਸਨ ਦੇ ਜਾਂ 2 ਕੈਂਡੀਡੇਟਸ ਦੇ ਮਾਰਕਸ ਸੇਮ ਨੇ, 2 ਤੋਂ ਵੱਧ ਦੇ ਮਾਰਕਸ ਸੇਮ ਨੇ ਬੱਚੇ, 3 ਦੇ 4 ਦੇ 5 ਦੇ, ਫਿਰ ਅਸੀਂ ਕੀ ਕਰਾਂਗੇ। ਹੁਣ ਦੇਖੋ ਇੱਥੇ ਸਾਡਾ ਫਾਰਮੂਲਾ ਚੇਂਜ ਹੋ ਜਾਏਗਾ। ਕਹਿੰਦੇ ਹੁਣ ਤੱਕ ਜੋ ਅਸੀਂ ਫਾਰਮੂਲਾ ਕਰਦੇ ਆਇਆ 1 - 6 ਸਪੇਸ਼ਨ ਆਫ ਡੀ ਸਕੇਅਰ ਅਪॉन n क्यूब - n, ਉਹ ਹੁਣ ਥੋੜਾ ਚੇਂਜ ਹੋ ਜਾਏਗਾ। ਕਹਿੰਦਾ ਜਦੋਂ ਬੱਚੇ ਸਾਡੇ ਕੋਲ ਰੈਂਕ ਦੇ ਵਿੱਚ ਟਾਈ ਅਪ ਹੋ ਜਾਏਗਾ ਕਿਸੇ ਦੇ ਵਿੱਚ, ਤਾਂ ਇੱਥੇ ਕੀ ਆ ਜਾਏਗਾ ਸਾਡੇ ਕੋਲ ਫਾਰਮੂਲੇ ਦੇ ਵਿੱਚ 1 - 6 ਸਮੇਸ਼ਨ ਆਫ ਡੀ ਸਕੇਅਰ ਪਲੱਸ ਸਮੇਸ਼ਨ ਟੀ क्यूब - t अपॉन 12 अपॉन n क्यूब - ऑफ n। ਤਾਂ ਹੁਣ ਇੱਥੇ ਇੱਕ ਨਵੀਂ ਚੀਜ਼ ਸਾਡੇ ਕੋਲ ਇੰਟਰੋਡਿਊਸ ਹੋਈ ਆ ਟੀ।
टी का मतलब की है नंबर ऑफ आइटम्स हुज रैंक आर कॉमन, नंबर ऑफ किन्ने परसनस का रैंक सेम सी, 2 का 3 का 4 का, वो वैल्यूज़ असी पुट कर देने बच्चे टी की प्लेस ते फॉर्मूले दे विच भरन तो बाद सानू की मिल जाएगा रैंक। देखो एग्जाम्पल के थ्रू समझिए कि किहड़ी वैल्यू किमें किमें असीं नहीं करनी है। देखो कहते इन द फॉलोइंग डाटा द स्कोर्स ऑफ 10 स्टूडेंट ऑन द 2 ट्रायल्स ऑफ द टेस्ट विद द गैप ऑफ 2 वीक, ट्रायल फर्स्ट एंड ट्रायल सेकंड, कम्यूट द कोरिलेशन बिटवीन द स्कोर ऑफ 2 ट्रायल्स बाय रैंक डिफरेंस मैथड। देखो रैंक डिफरेंस मैथड नाल क्या, तो इसका मतलब स्फीयरमैन प्रॉब्लम ही है। हुण कहंदा 10 स्टूडेंट्स ने बच्चे, उन्होंने कोई टैसट होया, 2 ट्रायल होए, ट्रायल दे विच उन्होंने मार्क्स ने जिहड़े वो देते 2 वीक्स दे विच जिहड़ा गैप पा के हुए सीगे, तो उस तो बाद उन्होंने मार्क्स दे दिते गए। हुण इन्हां दा असीं ने रैंक डिफरेंस मैथड के राही कोरिलेशन कोफिशिएंट है जिहड़ा वो फाइंड करना, कोरिलेशन फाइंड करना। हुण देखो बच्चे इत्थे मार्क्स गिवन ने, जे मार्क्स गिवन ने पहलां तां सानूं रैंक फाइंड करने पैणगे कि किन्ने किन्ने रैंक आउणगे। देखो सब तो पहलां तां असीं कैंडीडेट के नेम लिखे, किहड़े ने ABCD अप टू सो ऑन कित्थे तक J तक। हुण पहलां बच्चे असीं जदों फस्ट ट्रायल होया उदों उन्हां दी की रैंकिंग बनदी आ, उन्हां नूं रैंकिंग प्रोवाइड करदे आ। देखो सिर्फ फस्ट वाले नूं देखदे आ, किवें देखे सी, कहते जो सब तो हाईएस्ट आ उहनूं की करना असीं ने 1 मार्क करना, सब तो हाईएस्ट F दे ने, F नूं की देनी है रैंकिंग 1, F की रैंकिंग 1, ठीक है जी। उस तो बाद 20 तो अगले हायर नंबर किनू ने 16 E नूं, E की रैंकिंग कितनी है बच्चे 2, ठीक 16 हो गया, अगे 20 हो गया। उस तो बाद बच्चे अगली हायर कितने ने बी दे कितने ने 15, तो बी नूं कितनी मिलूगी 3rd पोजीशन। उस तो बाद साडे कोल 15 तो अगे बच्चे 14 ने डी नूं, तो डी की पोजीशन कितनी आई 4th, ठीक। उस तो बाद 14 तो अगे की ने बच्चे साडे कोल 11 किहदे ने सी दे, तो सी की पोजीशन कितनी आई 5th। अगे सी तो बाद बच्चे 10 ए नूं भी ने ते 10 जी नूं भी ने। देखो 10 ए नूं भी ने 10 जी नूं भी ने, असीं कित्थे तक असाइन कर चुके हैं 5th रैंक तक असाइन कर चुके हैं। हुण जे असीं ये ताई देखिए बच्चे कहंदा ए नूं मार्क्स 10 ने ते जी नूं भी मार्क्स साडे कोल 10 ने, इसका मतलब साडा 6th ते 7th रैंक इन्हां दे विच ही किते डिवाइड होना। हुण बच्चे सानूं नहीं पता कि उहनूं असीं की करिए, किवें देईए, किहनूं 6th देईए किहनूं 7th देईए, तां बच्चे साडे असीं की करांगे, कहंदे इन्हां दोहां दे विच साडा रैंक डिवाइड कर दांगे। हुण जिहड़ी भी पोजीशन ते साडे कोले टाई बनता होएगा बच्चे, जिवें हुण इत्थे 6th ते 7th रैंक के लिए एक काम हो रहा, तो जिहड़े भी रैंक के लिए बनता होएगा उन्हां दोहां जां 2 तो वध रैंक्स का ऐड कर लेना, डिवाइड बाय 2 कर लेना, उहदा मीन 6 + 7 साडे कोल कितना हो गया 13, 13 बाय 2 कितना हो गया बच्चे 6.5। तो जिहड़ी इन्हां दी एवरेज होएगी उही रैंक दोहां नूं असाइन कर देना, मतलब ए नूं भी कितना रैंक मिलूगा 6.5 ते बी नूं भी जी नूं भी कितना रैंक मिलूगा 6.5। देखो ए दी प्लेस ते कितना लिखा होया 6.5 ते जी दी प्लेस ते भी कितना लिखा होया 6.5। अगेन देखो बच्चे कहना जदों साडे कोल किसी दे मार्क्स दे विच टाई अप हो जाए तो हुण किहड़ी पोजीशन दे लिए लड़ रहा सी 6th ते 7th पोजीशन दे ही आउणा सी, जे उन्हां नूं अरेंज कर दे तो जिहड़ियां 2 पोजीशनस ने उन्हां दी मीन कढ लैनी है, 6th + 7 डिवाइड बाय 2 कितना आ गया 13, 13 बाय 2 = 6/5। जे बाय चांस बच्चे एक होर परसन हुंदा ई उहदे भी मार्क्स 10 हुंदे, मान लो उन्होंने फिर असी 8th रैंक देना, फिर की करते 6 + 7 + 8 तिन्नां नूं ऐड कर लेंदे, डिवाइड बाय की कर देंदे, उहदी एवरेज कर लेंदे 3 दे नाल कर देंदे, जिहड़ी वैल्यू आउंदी आ उही असीं ने की लिख देनी सी सारिआं दे लई असाइन कर देनी सी। देखो बच्चे साडे कोल फार्मूला उपर असीं उहदे विच पढ़ सकदे हां। देखो हाँ जी डिवाइड बाय 3 कहते जिन्नियां नंबर ऑफ टर्म्स आउणगियां उन्होंने असीं की कर सकते हैं उवें ही डिवाइड कर सकते हैं, तो उस तो बाद जिहड़ा असाइन कर सकते हैं। हुण इत्थे देखो 10 2 परसन नूं सी असीं दोहां दे विच 6.5 आ जिहड़ा डिवाइड करता। उस तो बाद 10 तो अगे किन्ने ने 9, 8 एंड 7 बच्चे तो कल्ले कल्ले ही ने, बस उन्होंने रैंक दे देंगे 6.5 आ गया। हुण 6.5 तो बाद साडा रैंक किहड़ा आऊगा बच्चे, देखो 2 दे विच असीं डिवाइड करता, हुण 6th ते 7th नूं डिवाइड किया तो 6th तो 7th तो बाद किहड़ा स्टार्ट होगा 8th, 9th एंड 10th, जिहड़े बचे रैंक ने वो असीं ने की कर देने ने असाइन। हुण यही बच्चे असीं सिमिलर सैकेंड ट्रायल के लिए करते हैं, किहड़ी वैल्यूज़ देखो सब तो पहली वैल्यू आ 24 2 वैल्यूज़ दे विच आ रही है। हुण 24 किहड़े रैंक दे विच साडे कोल काम करेगा बच्चे 1 + 2 दे विच, फस्ट ते सैकेंड दे लई अपलाई हो रहा तो डिवाइड बाय 2, 3 डिवाइड बाय 2 कितना आ जाऊगा 1/5। सो असी सी नूं भी पोजीशन देवांगे 1.5 एंड एफ नूं भी की पोजीशन देवांगे 1.5। देखो एफ नूं पोजीशन 1.5 ते सी नूं भी पोजीशन 1.5। उस तो बाद हुण 2 दा तां असीं हो गया बच्चे 2 नूं स्किप कर दो, उस तो बाद अगली पोजीशन जिहड़ी भी होगी उहनूं असीं 3rd मार्क करांगे। 24 तो हाईएस्ट, बाद किहड़े ने हाईएस्ट 22 मतलब ई नूं रैंक कितना मिलूगा 3। फिर उस तो बाद बच्चे 22 तो बाद हाईएस्ट किन्ने ने 18 डी नूं ने, डी नूं कितना रैंक मिलूगा 4।
ਇਸੇ ਤਰ੍ਹਾਂ ਕਰਦੇ ਜਾਣਾ। ਉਸ ਤੋਂ ਬਾਅਦ ਬੱਚੇ ਦੇਖੋ ਸਾਡੇ ਕੋਲ ਅਗੇਨ ਰਿਪੀਟ ਹੋ ਰਹੇ ਨੇ, ਸਾਡੇ ਕੋਲ 16 ਰਿਪੀਟ ਹੋ ਰਿਹਾ, 14 ਰਿਪੀਟ ਹੋ ਰਿਹਾ। ਤਾਂ ਜਿਹੜੀ ਪੋਜੀਸ਼ਨ ਦੇ ਲਈ ਆਉਣਗੇ ਤਾਂ ਦੋਹਾਂ ਦੀ ਵੈਲਿਊਜ਼ ਦਾ ਮੀਨ ਕੱਢ ਕੇ ਦੋਹਾਂ ਨੂੰ ਅਸਾਈਨ ਕਰ ਦੇਣਾ। ਇਹ ਹੋ ਗਏ ਸਾਡੇ ਰੈਂਕ ਗਿਵਨ ਹੋ ਗਏ। ਹੁਣ ਬੱਚੇ ਰੈਂਕ ਪਤਾ ਲੱਗ ਗਿਆ ਤਾਂ ਅੱਗੇ ਕੀ ਕਰਨਾ, ਦੋਹਾਂ ਰੈਂਕਸ ਦਾ ਡਿਫਰੈਂਸ। ਤਾਂ R1 ਮਾਈਨਸ R2, 6.5 ਮਾਈਨਸ 5.5 1, 3 ਮਾਈਨਸ 5.5 2.5, ਮਾਈਨਸ 2.5 5.1.5 3.5, ਸਾਰਿਆਂ ਦਾ ਡਿਫਰੈਂਸ ਕੱਢ ਲਿਆ। ਉਸ ਤੋਂ ਅਗਲੀ ਦੇ ਕਾਲਮ ਦੇ ਵਿੱਚ ਉਹਨਾਂ ਸਾਰਿਆਂ ਦੀ ਸਕੇਅਰ ਕਰਤੀ। ਅੱਗੇ ਕੀ ਰਿਕੁਆਇਰਮੈਂਟ ਆ ਬੱਚੇ, ਸਾਡੇ ਕੋਲ ਫਾਰਮੂਲੇ ਵਿੱਚ ਇਹਨਾਂ ਦਾ ਸਮਿਸ਼ਨ ਚਾਹੀਦਾ। ਜੋ ਡੀ ਦੀ ਵੈਲਿਊ ਆਈ ਆ ਉਹਨਾਂ ਦਾ ਕੀ ਕਰੋ, ਸਮਿਸ਼ਨ। ਕਹਿੰਦੇ ਡੀ ਦੀ ਵੈਲਿਊ ਦਾ ਸਮਿਸ਼ਨ ਕਰਤਾ, ਆ ਗਿਆ ਬੱਚੇ। ਹੁਣ ਅੱਗੇ ਸਾਰੀਆਂ ਵੈਲਿਊਜ਼ ਅਸੀਂ ਫਾਰਮੂਲੇ ਦੇ ਵਿੱਚ ਪੁੱਟ ਕਰਨੀਆਂ ਨੇ। ਦੇਖੋ ਫਾਰਮੂਲੇ ਤਾਂ ਕੀ ਸੀਗਾ, 1 ਮਾਈਨਸ 6 ਸਮਿਸ਼ਨ ਡੀ ਸਕੇਅਰ ਪਲੱਸ ਦ ਸਮਿਸ਼ਨ ਟੀ ਸਕੇਅਰ ਮਾਈਨਸ ਟੀ ਅਪੋਨ 12 ਐਨ ਕਿਊ ਮਾਈਨਸ ਐਨ। ਹੁਣ ਸਭ ਤੋਂ ਪਹਿਲਾਂ ਤਾਂ ਜਿਹੜੀ ਵਿੱਚ ਇੱਥੇ ਪੋਜੀਸ਼ਨ ਸਾਡੇ ਕੋਲ ਕੀ ਹੋ ਰਿਹਾ, ਜਿੰਨੇ ਨੰਬਰ ਆਫ ਆਈਟਮਸ ਰਿਪੀਟ ਹੋ ਰਹੀਆਂ ਨੇ ਉਹਦੀ ਅਸੀਂ ਨੇ ਕੀ ਕਰਨਾ, ਟੀ ਦੇ ਲਈ ਉਹਦੀ ਵੈਲਿਊ ਸਬਸਟੀਟਿਊਟ ਕਰਨੀ ਆ। ਹੁਣ ਸਭ ਤੋਂ ਪਹਿਲਾਂ ਬੱਚੇ ਕਹਿੰਦਾ ਦੇਖੋ ਜਿਹੜਾ ਫਸਟ ਟਰਾਇਲ ਸੀ, ਫਸਟ ਟਰਾਇਲ ਦੇ ਵਿੱਚ ਕਿੰਨੀਆਂ ਵੈਲਿਊਜ਼ ਰਿਪੀਟ ਹੋ ਰਹੀਆਂ ਸੀ, ਸਾਡੇ ਕੋਲ 2 ਵੈਲਿਊਜ਼ ਰਿਪੀਟ ਹੋ ਰਹੀਆਂ ਸੀ। ਕਿੰਨੇ ਟਾਈਮ ਕਿੰਨੇ ਟਾਈਮ ਰਿਪੀਟ ਹੋ ਰਹੀਆਂ ਸੀ, 2 ਟਾਈਮਸ ਰਿਪੀਟ ਹੋ ਰਹੀਆਂ ਸੀ। ਤਾਂ ਪਹਿਲੀ ਟਰਾਇਲ ਦੇ ਲਈ ਟੀ ਦੀ ਵੈਲਿਊ ਕਿੰਨੀ ਹੈ ਸਾਡੇ ਕੋਲ, 2। ਉਸ ਤੋਂ ਬਾਅਦ ਬੱਚੇ ਸੈਕਿੰਡ ਟਰਾਇਲ ਦੇ ਵਿੱਚ ਦੇਖੋ ਟੀ ਦਾ ਨੰਬਰ ਆਫ ਆਈਟਮਸ ਹੂਜ਼ ਰੈਂਕ ਆਰ ਕਾਮਨ। ਕਿੰਨੀਆਂ ਨੰਬਰ ਆਫ ਆਈਟਮਸ ਸੀ ਜਿਨ੍ਹਾਂ ਦਾ ਰੈਂਕ ਕਾਮਨ ਸੀ। ਏ ਤੇ ਬੀ ਦਾ ਰੈਂਕ ਕਾਮਨ ਸੀ ਬੱਚੇ 16, ਸੀ ਤੇ ਐਫ ਦਾ ਰੈਂਕ ਕਾਮਨ ਸੀ, ਇਹ ਵੀ 2 ਹੋ ਗਿਆ। ਉਸ ਤੋਂ ਬਾਅਦ ਸਾਡੇ ਕੋਲ ਜੇ ਤੇ ਜੀ ਦਾ ਰੈਂਕ ਕਾਮਨ ਸੀ। ਇਸ ਦਾ ਮਤਲਬ ਕਿੰਨੀ ਵਾਰੀ ਏ ਤੇ ਬੀ ਦਾ ਪੇਅਰ ਕਾਮਨ ਆ ਬੱਚੇ, ਸੀ ਤੇ ਇਹ ਸੀਗੀ ਐਫ ਦਾ ਪੇਅਰ ਕਾਮਨ ਸੀ, ਜੀ ਤੇ ਜੇ ਦਾ ਪੇਅਰ ਕਾਮਨ ਸੀ। ਤਾਂ ਇਹਦੇ ਵਿੱਚ ਵੀ 2 ਸੀ, ਇਹ 'ਚ ਵੀ 2 ਸੀ ਤੇ ਇਹ 'ਚ ਵੀ 2 ਪਰਸਨ ਸੀ ਜਿਨ੍ਹਾਂ ਦੇ ਮਾਰਕਸ ਕੀ ਸੀ, ਸੇਮ। ਤਾਂ ਟੀ ਦੀ ਵੈਲਿਊ ਕਿੰਨੀ ਆ ਗਈ, 2 2 2। ਹੁਣ ਇਹ ਫਾਰਮੂਲੇ 'ਚ ਵੈਲਿਊਜ਼ ਭਰ ਦਿਓ ਬੱਚੇ। ਦੇਖੋ ਟੀ ਦੀ ਪਲੇਸ 'ਤੇ ਕਿੰਨੀ ਵਾਰੀ ਸਮਿਸ਼ਨ ਦਾ ਮਤਲਬ ਜਿੰਨੀ ਵਾਰੀ ਆਇਆ ਉਨੀ ਵਾਰੀ। ਫਸਟ ਟਰਾਇਲ ਦੇ ਲਈ 1 ਵਾਰੀ 2 ਆਇਆ ਸੀ, ਸੈਕਿੰਡ ਦੇ ਵਿੱਚ 3 ਵਾਰੀ 2 ਆਇਆ, ਤਾਂ 2 ਦੇ ਲਈ ਅਸੀਂ ਓਪਨ ਕਰ ਦੇਣੀਆਂ ਵੈਲਿਊਜ਼। ਫਾਰਮੂਲੇ 'ਚ ਵੈਲਿਊਜ਼ ਭਰੀਆਂ ਬੱਚੇ, ਉਹਨੂੰ ਓਪਨ ਕੀਤਾ ਤਾਂ ਸਾਡੇ ਕੋਲ ਆਂਸਰ ਕਿੰਨਾ ਆ ਗਿਆ, 2। ਹੁਣ ਫਾਰਮੂਲੇ 'ਚ ਵੈਲਿਊਜ਼ ਭਰ ਦਿਓ। ਦੇਖੋ 1 ਮਾਈਨਸ 6 ਸਮਿਸ਼ਨ ਆਫ ਡੀ ਸਕੇਅਰ ਮਤਲਬ 24, ਇਹਦੀ ਵੈਲਿਊ ਉੱਪਰ ਕੱਢੀ ਆ 2 ਅਪੋਨ ਐਨ ਦਾ ਮਤਲਬ ਨੰਬਰ ਆਫ ਕਿੰਨੇ ਪਰਸਨ ਸੀ, ਕਿੰਨਿਆਂ ਦੇ ਵਿੱਚ ਕੰਪੇਅਰ ਕੀਤਾ, 10 ਦੇ ਵਿੱਚ ਕੰਪੇਅਰ ਕੀਤਾ, 10 ਸਟੂਡੈਂਟ ਸੀ ਤਾਂ ਉਹਦੀ ਵੈਲਿਊ ਸਬਸਟੀਟਿਊਟ ਕਰਤੀ। ਇਹਨੂੰ ਸੋਲਵ ਕਰਕੇ ਆਂਸਰ ਆਇਆ ਬੱਚੇ 0.843। ਦੇਖੋ ਅਗੇਨ ਸਾਡਾ ਆਂਸਰ ਕੀ ਆ ਰਿਹਾ, -1 ਤੋਂ 1 ਦੇ ਵਿੱਚ ਆ ਰਿਹਾ। ਤਾਂ ਇਹ ਸੀਗਾ ਸਾਡਾ ਜਿਹੜਾ ਆਂਸਰ ਉਹ ਕਰੈਕਟ ਹੋਏਗਾ। ਇਹ ਸੀਗਾ ਬੱਚੇ ਸਾਡੇ ਕੋਲ ਸਫੀਅਰਮੈਨ ਰੈਂਕ ਪ੍ਰੋਬਲਮ। ਜੇਕਰ ਕੁਛ ਨਹੀਂ ਕਲੀਅਰ ਹੋਇਆ ਹੋਏਗਾ ਤਾਂ ਰਿਮਾਈਂਡ ਕਰਕੇ ਦੇਖ ਲਓ। ਜੇ ਫਿਰ ਵੀ ਨਹੀਂ ਪਤਾ ਲੱਗਦਾ ਬੱਚੇ ਤਾਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ। ਨੈਕਸਟ ਵੀਡੀਓ ਦੇ ਵਿੱਚ ਆਪਾਂ ਟਰਾਈ ਕਰਾਂਗੇ, ਉਹਨੂੰ ਅਸੀਂ ਸੋਲਵ ਕਰ ਲਾਂਗੇ। ਥੈਂਕ ਯੂ ਫॉर ਵਾਚਿੰਗ।